ਧੰਨ ਵਾਹਿਗੁਰੂ ਜੀ। ਸਾਰੰਗ ਮਹਲਾ ਨੌਵਾਂ। ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਵਿਖਿਆ ਸਖਤ ਰਹਿਓ ਨਿਸ ਬਾਸੁਰ। ਕੀਨੋ ਆਪਣੋ ਭਾਇਓ, ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਵਿਖਿਆ ਸਖਤ ਰਹਿਓ ਨਿਸ ਬਾਸੁਰ। ਕੀਨੋ ਆਪਣੋ ਭਾਇਓ ਰਹਾਉ। ਗੁਰ ਉਪਦੇਸ਼ ਸੁਨਿਓ ਨਹਿ ਕਾਨਨ, ਪਰ ਦਾਰਾ ਲਪਟਾਇਓ। ਪਰ ਨਿੰਦਾ ਕਾਰਨ ਬਹੁ ਧਾਵਤ, ਸਮਝਿਓ ਨਹਿ ਸਮਝਾਇਓ। ਕਹਾ ਕਹੂੰ ਮੈਂ ਆਪਣੀ ਕਰਨੀ, ਜਿਹ ਬਿਦ ਜਨਮ ਗਵਾਇਓ। ਕਹਿ ਨਾਨਕ ਸਭ ਔਗਨ ਮੋਹ ਮਹਿ, ਰਾਖ ਲੇਹੁ ਸਰਨਾਇਓ। ਕਹਾਂ ਕਹੂੰ ਮੈਂ ਆਪਣੀ ਕਰਨੀ, ਜਿਹ ਬਿਦ ਜਨਮ ਗਵਾਇਓ। ਕਹਿ ਨਾਨਕ ਸਭ ਔਗਨ ਮੋਹ ਮਹਿ, ਰਾਖ ਲੇਹੁ ਸਰਨਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਸੱਜ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਰੂਪ ਵਿੱਚ ਆਪਾਂ ਨੂੰ ਪ੍ਰਾਪਤ ਹੋਇਆ ਹੈ। ਬੜੇ ਪ੍ਰੇਮ ਇਕਾਗਰਤਾ ਸਹਿਤ ਆਪ ਜੀ ਨੇ ਸਤਿਗੁਰੂ ਦੀ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਆਪਾਂ ਜੋ ਇਹ ਸਤਿਗੁਰੂ ਦੀ ਮਿਹਰ ਸਦਕਾ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਸਤਿਗੁਰੂ ਦੀ ਲੜੀਵਾਰ ਬਾਣੀ ਦੀ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਆਪ ਜੀ ਨੇ ਜਿਸ ਮੁਬਾਰਕ ਸ਼ਬਦ ਦਾ ਪਾਠ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1231 ਅਤੇ 32 ਉੱਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਸਾਰੰਗ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੁੱਲ 4 ਸ਼ਬਦ ਨੇ ਔਰ ਇਹ ਚੌਥਾ ਸ਼ਬਦ ਹੈ ਜੋ ਆਪ ਜੀ ਨੇ ਪਾਠ ਰੂਪ ਵਿੱਚ ਸੁਣਿਆ ਹੈ। ਕੁਝ ਕਰਮ ਐਸੇ ਹੁੰਦੇ ਨੇ
ਜਿਹੜੇ ਅਸੀਂ ਕਰਦੇ ਤੇ ਹਾਂ, ਜਾਂ ਤਾਂ ਉਹਨਾਂ ਦੇ ਵਿੱਚ ਵਿਖਾਵਾ ਭਾਰੂ ਹੁੰਦਾ ਹੈ ਕਿ ਦੂਸਰੇ ਨੂੰ ਪ੍ਰਭਾਵਿਤ ਕਰਨ ਲਈ ਕੋਈ ਕਰਮ ਕਰਨਾ, ਆਪਣਾ ਇੰਟਰਸਟ, ਆਪਣੀ ਦਿਲਚਸਪੀ, ਆਪਣੇ ਅੰਦਰ ਦੀ ਖੁਸ਼ੀ ਉਸ ਕੰਮ ਵਿੱਚ ਨਹੀਂ ਹੁੰਦੀ। ਉੱਥੇ ਮਕਸਦ ਹੁੰਦਾ ਹੈ ਕਿ ਦੂਸਰਾ ਮਨੁੱਖ ਇਸ ਕੰਮ ਨੂੰ ਵੇਖੇ ਤੇ ਖੁਸ਼ ਹੋ ਕੇ ਮੈਨੂੰ ਚੰਗਾ ਸਮਝੇ। ਉਹਦੇ ਵਿੱਚ ਸਾਡਾ ਸਵਾਰਥ ਹੀ ਹੁੰਦਾ ਹੈ ਕੁਝ ਲੈਣ ਦਾ, ਭਾਵੇਂ ਉਹ ਵਡਿਆਈ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ। ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਹਾ ਗਿਆ ਹੈ ਬੱਧਾ ਚੱਟੀ, ਭਾਵ ਉਹ ਕੰਮ ਜਿਹੜਾ ਅੰਦਰ ਦੀ ਮਜਬੂਰੀ 'ਚ ਕੀਤਾ ਜਾ ਰਿਹਾ, ਪਰ ਉਸ ਨੂੰ ਵਿਖਾਇਆ ਇਵੇਂ ਜਾ ਰਿਹਾ ਵੀ ਮੈਂ ਬਹੁਤ ਖੁਸ਼ੀ ਨਾਲ ਕਰ ਰਿਹਾ, ਮੈਂ ਬੜਾ ਚੰਗਾ, ਮੈਂ ਇਸ ਕਰਕੇ ਕਰ ਰਿਹਾ ਵੀ ਮੈਂ ਵਧੀਆ, ਯਾਨੀ ਕਿ ਉਹਨੂੰ ਅਸੀਂ ਵਿਖਾਵਾ ਕਹਿੰਦੇ ਹਾਂ। ਕੁਝ ਕਰਮ ਐਸੇ ਨੇ ਜਿਨ੍ਹਾਂ ਨੂੰ ਅਸੀਂ ਬਾਹਰੋਂ ਰੂਟੀਨ ਵਿੱਚ ਕਰਦੇ ਹਾਂ, ਦੇਖਾ ਦੇਖੀ ਵੀ ਕਰਦੇ ਹਾਂ ਵੀ ਸ਼ਾਇਦ ਇਹ ਇਸ ਤਰ੍ਹਾਂ ਦਾ ਕੰਮ ਹੈ, ਚੰਗਾ ਹੀ ਹੋਏਗਾ ਤਾਂ ਕਰ ਲਿਆ। ਉਹਨੂੰ ਸਮਝਿਆ ਨਹੀਂ ਉਸ ਗਹਿਰੇ ਤਲ 'ਤੇ ਜਾ ਕੇ ਵੀ ਇਹਦਾ ਮੇਰੇ ਜੀਵਨ ਵਿੱਚ ਕੀ ਰੋਲ ਹੋਣਾ ਚਾਹੀਦਾ ਹੈ, ਇਹਨੂੰ ਮੈਂ ਕਿਉਂ ਕਰਨਾ ਹੈ, ਇਹਨੂੰ ਮੈਂ ਕਰਕੇ ਇਹਦੇ 'ਚੋਂ ਕੀ ਕੱਢਣਾ ਹੈ। ਆਪਣੇ ਜੀਵਨ ਦੀ ਉੱਨਤੀ ਵਾਸਤੇ, ਆਪਣੇ ਜੀਵਨ ਦੇ ਭਲੇ ਲਈ ਜਾਂ ਦੂਜੇ ਦੇ ਭਲੇ ਲਈ ਇਹ ਮੈਂ ਕਰਮ ਜਦੋਂ ਕਰਨਾ ਹੈ ਤਾਂ ਉਹਦਾ ਮੈਨੂੰ ਕੁਝ ਲਾਭ ਵੀ ਪ੍ਰਾਪਤ ਹੋਏ। ਬਸ ਉਹ ਕਿਸੇ ਨੂੰ ਵੇਖਿਆ ਤੇ ਬੰਦਾ ਇਹ ਸੋਚਦਾ ਵੀ ਕਿਤੇ ਮੈਂ ਪਾਸੇ ਨਾ ਰਹਿ ਜਾਵਾਂ, ਮੈਂ ਵੀ ਕਰਾਂ। ਉਹਨੂੰ ਅਸੀਂ ਦੇਖਾ ਦੇਖੀ ਦਾ ਕਰਮ ਵੀ ਕਹਿੰਦੇ ਹਾਂ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਇਸ ਤਰ੍ਹਾਂ ਬਹੁਤ ਸਾਰੇ ਕਰਮਾਂ ਦੀ ਸਾਡੇ ਕੋਲ ਨਾ ਵੱਖਰੀ ਵੱਖਰੀ ਇੱਕ ਕੈਟਾਗਰੀ ਬਣ ਜਾਂਦੀ, ਕਿਸਮ ਬਣ ਜਾਂਦੀ ਹੈ। ਕੁਝ ਕਿਸੇ ਨੂੰ ਇੰਪ੍ਰੈਸ ਕਰਨ ਲਈ, ਕੁਝ ਇਸ ਕਰਕੇ ਵੀ ਮੈਂ ਇਕੱਲਾ ਨਾ ਰਹਿ ਜਾਵਾਂ, ਦੂਜਿਆਂ ਵਿੱਚ ਰਲਾਂ, ਇਸ ਕਰਕੇ ਦੇਖਾ ਦੇਖੀ ਬੰਦਾ ਕਰਦਾ। ਤੇ ਸਾਰੇ ਕਰਮ ਹੀ ਨਾ, ਭਾਵੇਂ ਉਹ ਦੇਖਾ ਦੇਖੀ ਹੋਵੇ, ਭਾਵੇਂ ਉਹ ਬੱਧਾ ਚੱਟੀ ਹੋਵੇ, ਉਹ ਮਨੁੱਖ ਦੇ ਮਨ ਉੱਤੇ ਬੋਝ ਜ਼ਰੂਰ ਬਣਦੇ ਨੇ। ਉਹਦੇ ਵਿੱਚੋਂ ਮਨੁੱਖ ਨੂੰ ਸੈਟਿਸਫੈਕਸ਼ਨ ਨਹੀਂ ਮਿਲਦੀ, ਟਿਕਾਓ ਨਹੀਂ ਮਿਲਦਾ, ਸਹਿਜ ਨਹੀਂ ਮਿਲਦਾ। ਉਹਦਾ ਸਾਡੇ ਆਤਮਿਕ ਮਾਨਸਿਕ ਜੀਵਨ ਨੂੰ ਕੋਈ ਲਾਭ ਨਹੀਂ ਹੁੰਦਾ। ਉਹ ਸਾਰੇ ਕਰਮ ਜਿਹੜੇ ਨੇ ਉਹ ਦੁਨੀਆਦਾਰੀ ਦੀ ਇੱਕ ਆਮ ਜਿਹੀ ਖੇਡ ਬਣ ਕੇ ਰਹਿ ਜਾਂਦੀ, ਇੱਕ ਚਲਾਕੀ ਬਣ ਕੇ ਰਹਿ ਜਾਂਦੀ ਹੈ। ਜਦੋਂ ਅਸੀਂ ਧਰਮ ਦੇ ਖੇਤਰ ਵਿੱਚ ਵਿਚਰਦੇ ਹਾਂ ਤਾਂ ਇੱਥੇ ਵੀ ਸੰਸਾਰ ਵਾਲੀਆਂ ਉਹੀ ਚੀਜ਼ਾਂ, ਆਮ ਤੌਰ 'ਤੇ ਆਪਾਂ ਇੱਕ ਲਫ਼ਜ਼ ਵਰਤਦੇ ਹਾਂ ਜੀ, ਧਰਮ ਦੀ ਦੁਨੀਆ ਵਿੱਚ ਪਖੰਡ ਬਹੁਤ ਭਾਰੂ ਹੈ। ਨਹੀਂ, ਪਖੰਡ ਹਰ ਜਗ੍ਹਾ 'ਤੇ ਹੀ ਭਾਰੂ ਹੈ। ਪਖੰਡ ਕਿਹੜੀ ਜਗ੍ਹਾ 'ਤੇ ਭਾਰੂ ਨਹੀਂ? ਅਸੀਂ ਰਿਸ਼ਤੇਦਾਰੀ ਵਿੱਚ ਜਾਂਦੇ ਹਾਂ, ਖੁਸ਼ ਨਹੀਂ ਆ ਪਰ ਖੁਸ਼ ਹੋਣਾ ਪੈ ਰਿਹਾ, ਹੋਰ ਪਖੰਡ ਕਿਹਨੂੰ ਕਹਿੰਦੇ ਆਪਾਂ? ਵਿਖਾਵਾ ਕਿਹਨੂੰ? ਪਖੰਡ ਦਾ ਮਤਲਬ ਇਹ ਹੀ ਨਾ, ਵਿਖਾਵਾ। ਕਿਸੇ ਦੇ ਦੁੱਖ ਵਿੱਚ ਗਏ ਆ, ਸਾਨੂੰ ਕੋਈ ਫਰਕ, ਅੰਦਰੋਂ ਅਸੀਂ ਖੁਸ਼ ਹਾਂ ਵੀ ਚੰਗਾ ਹੀ ਹੋਇਆ, ਪਰ ਦੁਖਿਆਰਿਆਂ ਵਰਗਾ ਅਸੀਂ ਆਪਣਾ ਚਿਹਰਾ ਮੋਰਾ ਇੰਪ੍ਰੈਸ਼ਨ ਦੇ ਰਹੇ। ਹੋਰ ਪਖੰਡ ਵਿਖਾਵਾ ਕਿਹਨੂੰ ਕਹਿੰਦੇ? ਸਾਡੇ ਕੋਲ ਇੰਨੀ ਤਾਕਤ ਨਹੀਂ, ਜਾਂ ਇਉਂ ਕਹਿ ਲਓ ਇੰਨੀ ਸਮਰੱਥਾ ਨਹੀਂ ਵੀ ਅਸੀਂ ਉਹ ਕੁਝ ਪਦਾਰਥ ਵਰਤ ਸਕੀਏ, ਪਰ ਵਿਖਾਵਾ ਕਰਦੇ ਵੀ ਬੜੇ ਅਮੀਰ ਹਾਂ ਦੁਨੀਆ 'ਚ। ਹੋਰ ਕੀ ਹੁੰਦਾ? ਸਭ ਕੁਝ ਕੋਲ ਹੈ ਪਰ ਵਿਖਾਵਾ ਕਰਦੇ ਹਾਂ ਵੀ ਸਾਡੇ ਤੋਂ ਕੰਗਾਲ ਕੋਈ ਨਹੀਂ। ਹੋਰ ਕੀ ਪਖੰਡ? ਹੋਰ ਕਿਹਨੂੰ ਕਹਿੰਦੇ ਨੇ? ਜੋ ਅਸਲੀਅਤ ਹੈ ਉਹਨੂੰ ਲੁਕਾ ਲਿਆ ਗਿਆ। ਅੰਦਰੋਂ ਈਰਖਾ ਕਰਦੇ ਹਾਂ ਪਰ ਦਾਅਵਾ ਇਹ ਕਰਦੇ ਹਾਂ ਵੀ ਸਾਡੇ ਵਰਗਾ ਭਲਾ ਮਾਨਸ ਕੋਈ ਨਹੀਂ। ਇਹ ਤੁਸੀਂ ਵੇਖੋ, ਇਹ ਚੀਜ਼ਾਂ ਹੀ ਸਾਡੇ ਅੰਦਰ, ਸਾਡਾ ਅੰਦਰ ਜਦੋਂ ਨਹੀਂ ਨਾ ਬਦਲਦਾ, ਇਹਨਾਂ ਚੀਜ਼ਾਂ ਤੋਂ ਮੁਕਤ ਨਹੀਂ ਹੁੰਦਾ, ਤੇ ਫਿਰ ਭਾਵੇਂ ਅਸੀਂ ਦੁਨੀਆਦਾਰੀ 'ਚ ਹੋਈਏ, ਭਾਵੇਂ ਅਸੀਂ ਘਰ ਪਰਿਵਾਰ 'ਚ ਹੋਈਏ, ਭਾਵੇਂ ਰਿਸ਼ਤੇਦਾਰੀ 'ਚ ਹੋਈਏ, ਭਾਵੇਂ ਕੰਮ ਕਾਜ ਵਿੱਚ ਹੋਈਏ, ਤੇ ਭਾਵੇਂ ਅਸੀਂ ਧਰਮ ਸਥਾਨ 'ਤੇ ਹੋਈਏ, ਇੱਕੋ ਜਿਹਾ ਹੀ ਹੈ ਸਾਰਾ ਪਸਾਰਾ। ਉਹ ਤਾਂ ਇੱਕ ਲਫ਼ਜ਼ ਜੁੜ ਜਾਂਦਾ ਹੈ, ਕਿਉਂਕਿ ਧਰਮ ਦੀ ਦੁਨੀਆ ਜਿਹੜੀ ਉਹ ਸਾਨੂੰ ਬਦਲਣ 'ਤੇ ਜ਼ੋਰ ਦਿੰਦੀ ਹੈ, ਤੇ ਜੇ ਉੱਥੇ ਵੀ ਬੰਦਾ ਨਾ ਬਦਲੇ ਤਾਂ ਉਹ ਗੱਲ ਥੋੜ੍ਹੀ ਜਿਹੀ ਹਾਈਲਾਈਟ ਹੋ ਜਾਂਦੀ ਹੈ ਵੀ ਧਰਮ ਦੀ ਦੁਨੀਆ 'ਚ ਪਖੰਡ ਬੜਾ ਹੈ, ਵਿਖਾਵਾ ਬੜਾ ਹੈ। ਨਹੀਂ, ਦਰਅਸਲ ਵਿਖਾਵਾ ਤੇ ਪਖੰਡ ਮਨੁੱਖ ਦੀ ਪ੍ਰਵਿਰਤੀ ਹੈ। ਇਹ ਮਨੁੱਖ ਦੇ ਅੰਦਰ ਮਾਨਸਿਕ ਰੋਗ ਹੈ, ਹਰ ਜਗ੍ਹਾ 'ਤੇ ਹੀ ਹੈ, ਇਹ ਹਰ ਜਗ੍ਹਾ 'ਤੇ ਹੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ
ਉਹਨਾਂ ਸਾਰੀਆਂ ਚੀਜ਼ਾਂ ਨੂੰ ਹੀ ਟਾਰਗੇਟ ਕੀਤਾ, ਭਾਵੇਂ ਕੋਈ ਧਰਮ ਦੇ ਨਾਂ ਤੇ ਕਰੇ ਤੇ ਭਾਵੇਂ ਦੁਨੀਆਦਾਰੀ ਦੇ, ਰਿਸ਼ਤੇਦਾਰੀ ਦੇ, ਪਰਿਵਾਰਵਾਦ, ਕਿਸੇ ਵੀ ਨਾਂ ਦੇ ਉੱਤੇ ਕਰੇ। ਹੁਣ ਤੁਸੀਂ ਵੇਖੋ ਕਿ ਰਾਜਨੀਤਿਕ ਲੋਕ ਪਖੰਡ ਨਹੀਂ ਕਰਦੇ ਜਾਂ ਵਿਖਾਵਾ ਨਹੀਂ ਕਰਦੇ, ਬੜਾ ਕਰਦੇ ਨੇ। ਜਿੰਨਾ ਉਹ ਕਰਦੇ ਨੇ ਕੋਈ ਕਰ ਨਹੀਂ ਸਕਦਾ। ਉਹ ਲੋਕਾਂ ਦੀ ਸੇਵਾ 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 ਇਸੇ ਚੱਕਰ 'ਚ ਮੁਲਕ ਲੁੱਟ ਕੇ ਖਾ ਜਾਂਦੇ। ਪਰ ਉਹਨਾਂ ਨੂੰ ਅਸੀਂ ਬੇਈਮਾਨ ਕਹਿ ਲੈਂਦੇ, ਪਖੰਡੀ ਨਹੀਂ ਕਹਿੰਦੇ। ਕਾਰਨ ਹੁੰਦੇ ਤਾਂ ਉਹ ਵੀ ਪਖੰਡੀ ਨੇ। ਪਰ ਪਖੰਡ ਸ਼ਬਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਅਸੀਂ ਰਾਖਵਾਂ ਕਰ ਲਿਆ ਧਾਰਮਿਕ ਪਹਿਰਾਵੇ ਜਾਂ ਧਰਮ ਦੀ ਦੁਨੀਆ 'ਚ ਕੋਈ ਕਾਰਜ ਕਰਨ ਵਾਲਾ ਬੰਦਾ ਜਿਹੜਾ ਹੈ, ਜਾਂ ਥੋੜ੍ਹਾ ਬਹੁਤ ਕੋਈ ਕਰਮ ਧਰਮ ਜਾਂ ਪ੍ਰੈਕਟਿਸ, ਅਸੀਂ ਉਹਦੇ ਲਈ ਰਾਖਵਾਂ ਕਰ ਲਿਆ। ਹਾਲਾਂਕਿ ਉਹਨਾਂ ਤੋਂ ਵੱਡਾ ਪਖੰਡੀ ਕੌਣ ਹੁੰਦਾ? ਜਿਨ੍ਹਾਂ ਲੋਕਾਂ ਨੂੰ ਉਹਨਾਂ ਨੇ ਖੁਦ ਹੀ ਮਰਵਾਇਆ ਹੁੰਦਾ, ਉਹਨਾਂ ਦੇ ਘਰਾਂ 'ਚ ਹੀ ਜਾ ਕੇ ਉਹ ਸੱਥਰ ਤੇ ਬਹਿ ਕੇ ਕਹਿ ਦਿੰਦੇ ਬੜੀ ਮਾੜੀ ਗੱਲ ਹੋਈ, ਅਸੀਂ ਜਾਂਚ ਕਰਾਵਾਂਗੇ ਕਿ ਤੁਸੀਂ ਤੇ ਕਰਾਇਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਇਹਨਾਂ ਨੂੰ, ਇਸ ਮਾਨਸਿਕਤਾ ਨੂੰ ਸਮਝਣ ਦੀ ਜ਼ਰੂਰਤ ਹੈ। ਉਹ ਕਾਰਜ ਜੋ ਦੇਖਾ ਦੇਖੀ ਹੋਏ, ਉਹ ਕਾਰਜ ਜੋ ਬੱਧਾ ਚੱਟੀ ਹੋਏ, ਉਹਨਾਂ ਦਾ ਸਾਡੇ ਜੀਵਨ ਨੂੰ ਕੋਈ ਲਾਭ ਨਹੀਂ ਹੁੰਦਾ। ਉਹ ਵਿਖਾਵਾ ਹੋਵੇ, ਚਾਹੇ ਉਹ ਪਖੰਡ ਹੋਵੇ, ਚਾਹੇ ਉਹ ਕਿਸੇ ਵੀ ਵਜ੍ਹਾ ਦੇ ਹੋਣ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜੀ ਬਾਕਮਾਲ ਉੱਤਮ ਵਿਚਾਰ ਸਾਡੇ ਸਨਮੁਖ ਰੱਖੀ ਹੈ। ਕਹਿੰਦੇ ਸੰਸਾਰ ਰੱਬ ਦੀ ਗੱਲ ਤੇ ਕਰਦਾ ਹੈ, ਪਰਮੇਸ਼ਰ ਦੀ ਗੱਲਬਾਤ ਤੇ ਕਰਦਾ ਹੈ, ਪਰਮੇਸ਼ਰ ਦੇ ਨਾਮ ਦੇ ਉੱਤੇ ਕੁਝ ਨਾ ਕੁਝ ਕਹਿੰਦਾ ਸੁਣਦਾ ਜ਼ਰੂਰ ਹੈ, ਪਰ ਸਤਿਗੁਰੂ ਆਖਦੇ ਨੇ ਮਨ ਕਰਕੇ ਨਹੀਂ ਕਰਦਾ। ਸਤਿਗੁਰੂ ਨੇ ਕਿਹਾ ਮਨ ਕਰ ਕਬਹੂ ਨਾ ਹਰ ਗੁਣ ਗਾਇਓ। ਕਿੰਨੀ ਦੁਨੀਆ ਸੰਸਾਰ 'ਚ ਤੁਸੀਂ ਵੇਖੋ ਨਾ। ਵੈਸੇ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜਿਹੜਾ ਰੱਬ ਨੂੰ ਮੰਨਣ ਦਾ ਦਾਅਵਾ ਕਰਦਾ ਹੈ ਨਾ, ਉਹ ਵੀ ਰੱਬ ਰੱਬ ਦੀ ਗੱਲ ਬਹੁਤ ਕਰਦਾ ਹੈ, ਤੇ ਜਿਹੜਾ ਨਹੀਂ ਨਾ ਰੱਬ ਨੂੰ ਮੰਨਦਾ, ਉਹ ਵੀ 24 ਘੰਟੇ ਰੱਬ ਦੀ ਰੱਟ ਲਾਉਂਦਾ ਹੈ, ਭਾਵੇਂ ਉਹ ਨਾ ਮੰਨਣ ਦੀਆਂ ਦਲੀਲਾਂ ਹੀ ਦੇ ਦੇ। ਤੇ ਕਈ ਵਾਰ ਆਸਤਕ ਜਿਹੜਾ ਰੱਬ ਨੂੰ ਮੰਨਣ ਦਾ ਦਾਅਵਾ ਕਰਦਾ, ਉਹਦੇ ਨਾਲੋਂ ਨਾਸਤਕ ਬੰਦਾ ਜਿਹੜਾ ਰੱਬ ਨੂੰ ਨਹੀਂ ਮੰਨਦਾ, ਉਹ ਸਾਰੀ ਦਿਹਾੜੀ ਜ਼ਿਆਦਾ ਰੱਬ ਰੱਬ ਕੂਕਦਾ ਰਹਿੰਦਾ। ਉਹ ਹਰ ਜਗ੍ਹਾ ਤੇ ਉਹਦੇ ਅੰਦਰ ਦਾ ਤਣਾਅ ਇਹੀ ਬਣਿਆ ਰਹਿੰਦਾ ਵੀ ਮੈਂ ਸਾਬਤ ਕਰ ਦਿਆਂ, ਮੈਂ ਸਾਬਤ ਕਰ ਦਿਆਂ। ਤੇ ਜਿਹੜਾ ਮੰਨਣ ਵਾਲਾ ਉਹ ਵੀ ਕਹਿੰਦਾ ਮੈਂ ਸਾਬਤ ਕਰ। ਦੋਵੇਂ ਧਿਰਾਂ ਸਾਬਤ ਕਰਨ ਤੇ ਹੀ ਲੱਗੀਆਂ ਰਹਿੰਦੀਆਂ ਨੇ ਵੀ ਰੱਬ ਹੈ, ਦੂਜਾ ਕਹਿੰਦਾ ਰੱਬ ਨਹੀਂ ਹੈ। ਪਰ ਅੰਦਰ ਦੀ ਸੰਤੁਸ਼ਟੀ ਤੋਂ ਕਈ ਵਾਰ ਦੋਵੇਂ ਕੋਰੇ ਜਿਹੇ ਰਹਿ ਜਾਂਦੇ ਨੇ, ਕਿਉਂਕਿ ਉਹ ਇੱਕ ਦੂਜੇ ਨੂੰ ਰਿਝਾਉਣ ਤੇ ਲੱਗੇ ਰਹਿੰਦੇ ਨੇ, ਇੱਕ ਦੂਜੇ ਨੂੰ ਜਿੱਤਣ ਤੇ ਲੱਗੇ ਰਹਿੰਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦਾ ਜਿਹੜਾ ਮਸਲਾ ਹੈ, ਸਤਿਗੁਰੂ ਮਹਾਰਾਜ ਨੇ ਜਿਹੜਾ ਉਪਦੇਸ਼ ਦਿੱਤਾ ਹੈ, ਉਹ ਇਸ ਮਸਲੇ ਨੂੰ ਸੰਬੋਧਨ ਹੋ ਕੇ ਦਿੱਤਾ ਵੀ ਸਾਬਤ ਕਰਨ ਦੀ ਜ਼ਰੂਰਤ ਨਹੀਂ। ਜਦੋਂ ਤੁਸੀਂ ਇਸ ਰਾਹ ਤੇ ਜਾਂਦੇ ਹੋ ਨਾ, ਤੁਹਾਡਾ ਆਪਣੇ ਆਪ ਅਨੁਭਵ ਇਹੋ ਜਿਹਾ ਬਣ ਜਾਂਦਾ ਹੈ, ਤੁਹਾਡੀ ਫੀਲਿੰਗ ਇਹੋ ਜਿਹੀ ਹੋ ਜਾਂਦੀ ਹੈ, ਤੁਹਾਨੂੰ ਇਹਨਾਂ ਲਫ਼ਜ਼ੀ ਗੱਲਾਂ 'ਚ ਉਲਝਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗਾਏ ਕਥੇ ਕਹੇ ਸੁਣੇ ਤੇ ਬਹੁਤ, ਪਰ ਮਨ ਕਰਕੇ ਨਹੀਂ ਕੀਤੇ। ਹੁਣ ਜ਼ਰਾ ਕਿਸ ਨੁਕਤੇ ਵੱਲ ਧਿਆਨ ਦੇ ਲਈ ਵੀ ਮਨ ਕਰ ਕਬੂ ਨਾ ਹਰ ਗੁਣ ਗਾਇਓ। ਮਨ ਕਰਕੇ ਗਾਉਣਾ ਕੀ ਹੁੰਦਾ? ਮਨ ਮਤਲਬ ਸਾਡਾ ਅੰਤःਕਰਨ, ਜਿੱਥੇ ਸਾਡੇ ਫੁਰਨੇ ਪੈਦਾ ਹੁੰਦੇ ਨੇ, ਸਾਡੇ ਸੰਕਲਪ ਵਿਕਲਪ ਉਪਜਦੇ ਨੇ, ਸਾਡੇ ਅੰਦਰ ਇੱਛਾਵਾਂ ਜਨਮ ਲੈਂਦੀਆਂ, ਉਹ ਸਾਰਾ ਜਿਹੜਾ ਪਾਰਟ ਹੈ ਸਾਡੇ ਅੰਦਰ ਦਾ, ਖਿਆਲਾਂ ਦਾ, ਵਿਚਾਰਾਂ ਦਾ, ਉਹਨੂੰ ਮਨ ਕਹਿੰਦੇ ਆਪਾਂ। ਹੁਣ ਇੱਛਾ ਮੇਰੇ ਅੰਦਰ ਮੈਲੀ ਪੈਦਾ ਹੁੰਦੀ ਹੈ ਤੇ ਬਾਹਰੋਂ ਮੈਂ ਰੱਬ ਰੱਬ ਕਰਦਾ, ਕੀ ਮੈਂ ਮਨ ਕਰਕੇ ਕਰ ਲਿਆ? ਇਹਨੂੰ ਮਨ ਕਰਕੇ ਕਰਨਾ ਕਹਿੰਦੇ ਨੇ? ਨਹੀਂ, ਪਰਮੇਸ਼ਰ ਦੇ ਗੁਣ ਜਦੋਂ ਮੇਰੇ ਅੰਤःਕਰਨ ਦਾ ਭਾਗ ਬਣ ਜਾਣ, ਪਰਮੇਸ਼ਰ ਦੇ ਹੋਣ ਦਾ ਅਹਿਸਾਸ ਜਦੋਂ ਮੇਰੇ ਅੰਤःਕਰਨ, ਮੇਰੀ ਖਿਆਲ ਸ਼ਕਤੀ ਤੇ ਚੇਤਨ ਸੱਤਾ ਦਾ, ਚਿੰਤਨ ਸੱਤਾ ਦਾ ਹਿੱਸਾ ਬਣ ਜਾਏ, ਫਿਰ ਮੇਰੇ ਫੁਰਨੇ, ਫਿਰ ਮੇਰੀਆਂ ਇੱਛਾਵਾਂ ਭਟਕਣਾ ਵਾਲੀਆਂ ਨਹੀਂ ਹੋਣਗੀਆਂ, ਮੈਲੀਆਂ ਨਹੀਂ ਹੋਣਗੀਆਂ ਚਿੱਤੇ ਵਿੱਚ। ਫਿਰ ਮੇਰੀਆਂ ਇੱਛਾਵਾਂ ਮੈਲੀਆਂ ਨਹੀਂ ਹੋਣ। ਅਜੇ ਮੇਰੀਆਂ ਕੀ ਨੇ? ਜ਼ੁਬਾਨ ਤੋਂ ਮੈਂ ਰੱਬ ਰੱਬ ਕਹਿੰਦਾ ਹਾਂ, ਪਰ ਮੇਰੀ ਇੱਛਾ ਹਮੇਸ਼ਾ ਹੀ ਮੈਲੀ ਹੁੰਦੀ, ਮੇਰਾ ਚਿੰਤਨ ਹਮੇਸ਼ਾ ਮੈਲਾ ਹੁੰਦਾ। ਇਹ ਤੇ ਅਸੀਂ ਸੰਸਾਰ ਦਾ ਦਸਤੂਰ ਬਣਾ ਲਿਆ ਵੀ ਅਸੀਂ ਦੁਕਾਨਦਾਰ ਨੂੰ ਜਾ ਕੇ ਕਹੀ ਜੇ ਇੱਕ ਮਾਲਾ ਦੇ ਦਿਓ। ਪਹਿਲੀ ਤਾਂ ਗੱਲ, ਮਾਲਾ ਫੇਰਨ ਵਾਲਿਆਂ ਦਾ ਵੀ ਆਪਸ ਵਿੱਚ ਬਹੁਤ ਵੱਡਾ ਆਪਸ ਵਿੱਚ ਨਾ ਇੱਕ ਫਸਾਦ ਜਿਹਾ ਰਹਿੰਦਾ ਹੈ। ਜੇ ਤੁਸੀਂ
ਲੱਕੜ ਦੀ ਕਾਠ ਕੀ ਫੜ ਲਓ, ਤੇ ਦੂਜੇ ਕਹਿਣਗੇ ਨਹੀਂ ਸਰਬਲੋਹ ਦਾ ਚਾਹੀਦਾ ਸੀ। ਉਹਦਾ ਮਹੱਤਵ ਜ਼ਿਆਦਾ ਹੁੰਦਾ। ਧਾਤਾਂ ਦੇ ਮਹੱਤਵ ਨਹੀਂ ਹੁੰਦੇ, ਨਾ ਸਰੀਰ ਦੀ ਵਿਖਾਵੇ ਦੀ ਕਿਰਿਆ ਦੇ ਮਹੱਤਵ ਹੁੰਦੇ। ਇਹ ਕੁਰਾਹ ਪੈਣ ਵਾਲਾ ਸਾਰੇ ਦਾ ਸਾਰਾ ਇਹ ਜਿਹੜਾ ਦਰੋ ਮਦਾਰ ਕੁਰਾਹ ਪੈਣ ਵਾਲਾ ਸੀ। ਖੈਰ ਮੈਂ ਜਿਹੜੀ ਬੇਨਾ ਕਰ ਰਿਹਾ ਉਹਦੇ 'ਚ ਕੀ ਹੁੰਦਾ ਹੈ ਕਿ ਮਨੁੱਖ ਜਿਹੜਾ ਹੈ ਉਹ ਚਾਹੁੰਦਾ ਹੈ ਵੀ ਬਾਹਰੋਂ ਕੋਈ ਕਰਮ ਜਿਹੜਾ ਕੇਵਲ ਬਾਹਰੀ ਰੂਪ ਵਿੱਚ ਹੀ ਮੈਂ ਕਰਾਂ। ਉਸ ਬਾਹਰੀ ਰੂਪ ਵਿੱਚ ਫਿਰ ਉਹਨਾਂ ਵਿਖਾਵਿਆਂ ਨੂੰ ਠੁੰਮਣੇ ਦੇਣ ਲਈ ਚੀਜ਼ਾਂ ਘੜੀਆਂ ਜਾਂਦੀਆਂ ਨੇ, ਉਹਨਾਂ ਦੀ ਪ੍ਰੈਕਟਿਸ 'ਤੇ ਜ਼ੋਰ ਵਧੇਰੇ ਦਿੱਤਾ ਜਾਂਦਾ। ਸਾਹਿਬ ਨੇ ਇਸੇ ਕਰਕੇ ਬਾਣੀ 'ਚ ਆਖਿਆ ਸੀ ਨਾ, ਕਬੀਰ ਜਪਨੀ ਕਾਟ ਕੀ ਕਿਆ ਦਿਖਲਾ ਮੈਲੋ, ਹਿਰਦੈ ਰਾਮ ਨਾ ਚੇਤਹਿ। ਜਦੋਂ ਤੇਰਾ ਚਿੰਤਨ ਹੀ ਸ਼ੁੱਧ ਨਹੀਂ, ਕਾਹੇ ਕੋ ਕੀਜੈ ਧਿਆਨ ਜਪਨਾ ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਉਹ ਠੀਕ ਹੈ ਵੀ ਮੈਨੂੰ ਕੋਈ ਵੇਖ ਕੇ ਨਾ ਇਸ ਰੂਪ ਵਿੱਚ ਬੜੇ ਸਮਾਧੀ 'ਚ ਬਹਿੰਦਾ ਹੈ, ਬੜੀ ਮਾਲਾ ਫੇਰਦਾ ਹੈ, ਬੜਾ ਤਿਲਕ ਲਾਉਂਦਾ ਹੈ, ਬੜਾ ਧਾਰਮਿਕ ਪਹਿਰਾਵਾ, ਬੜੇ ਧਰਮ ਗ੍ਰੰਥ ਪੜ੍ਹਦਾ ਹੈ, ਧਰਮ ਸਥਾਨਾਂ 'ਤੇ ਜਾਂਦਾ ਹੈ, ਵਗੈਰਾ ਵਗੈਰਾ। ਕੋਈ ਇਹ ਸਮਝ ਸਕਦਾ ਹੈ ਵੀ ਇਹ ਧਾਰਮਿਕ ਹੈ, ਪਰ ਸੱਚਾਈ ਇਹ ਹੈ ਵੀ ਜਦੋਂ ਮੈਂ ਆਪਣੇ ਕਿਰਦਾਰ ਰਾਹੀਂ, ਆਪਣੇ ਜੀਵਨ ਰਾਹੀਂ, ਆਪਣੇ ਵਿਹਾਰ ਰਾਹੀਂ ਜੋ ਮੇਰੇ ਅੰਦਰ ਹੈ, ਜਦੋਂ ਉਹਨੂੰ ਪ੍ਰਗਟ ਕੀਤਾ ਤਾਂ ਉਹਦਾ ਭਰਮ ਟੁੱਟ ਜਾਣਾ ਹੈ। ਜਦੋਂ ਉਹਨੇ ਮੇਰੇ ਕਿਰਦਾਰ ਨੂੰ ਵੇਖਿਆ ਜਾਂ ਮੇਰੇ ਉਹਨੇ ਵਿਹਾਰ ਨੂੰ ਵੇਖਿਆ, ਜਦੋਂ ਹੁਣ ਤਾਂ ਉਹ ਮੰਨੀ ਬੈਠਾ ਵੀ ਬੜਾ ਤਿਆਗੀ ਹੈ, ਤੇ ਜਦੋਂ ਮੈਂ ਉਹਦੇ ਨਾਲ ਠੱਗੀ ਮਾਰ ਕੇ ਚੱਲਦਾ ਬਣਿਆ ਫਿਰ ਉਹ ਮੰਨੇਗਾ ਵੀ ਤਿਆਗੀ ਹੈ, ਉਦੋਂ ਉਹਦਾ ਭਰਮ ਟੁੱਟ ਜਾਣਾ। ਇਹਨੂੰ ਮਹਾਰਾਜ ਕਹਿੰਦੇ ਨੇ ਵੀ ਮੈਲੀ ਇੱਛਾ ਲੈ ਕੇ ਬਾਹਰ ਦੇ ਕਰਮ ਕਰਦਾ ਹੈ, ਇਹਦਾ ਮਤਲਬ ਹੈ ਵੀ ਤੂੰ ਸਿਮਰਨ ਨਹੀਂ ਕਰ ਰਿਹਾ, ਇਹਦਾ ਮਤਲਬ ਹੈ ਤੂੰ ਭਗਤ ਨਹੀਂ ਹੈ, ਇਹਦਾ ਮਤਲਬ ਤੂੰ ਧਾਰਮਿਕ ਨਹੀਂ ਹੈ। ਧਰਮ ਦਾ ਸੰਬੰਧ ਤੇਰੀ ਬਿਰਤੀ ਨਾਲ ਵੀ ਉਨਾ ਹੀ ਹੈ। ਬਾਹਰ ਦੇ ਪਹਿਰਾਵੇ ਤੇ ਜਥੇਬੰਦਕ ਰੂਲ ਹੋ ਸਕਦੇ ਨੇ, ਕੋਈ ਕਿਸੇ ਤਰ੍ਹਾਂ ਦਾ ਵੀ ਅਪਣਾ ਲਵੇ, ਬੜੇ ਦੁਨੀਆ 'ਚ ਰੂਲ ਨੇ। ਕੋਈ ਕਿਸੇ ਖਾਸ ਕਿਸਮ ਦੇ ਵਸਤਰ ਪਹਿਨ ਕੇ ਕਹਿੰਦੇ ਨੇ ਸਾਡੀ ਆਰਗੇਨਾਈਜੇਸ਼ਨ ਦਾ ਰੂਲ ਹੈ, ਠੀਕ ਹੈ, ਇਸ ਗੱਲ ਤੇ ਕਿਸੇ ਨੂੰ ਇਤਰਾਜ਼ ਥੋੜ੍ਹਾ ਹੈ। ਕੋਈ ਚਿੱਟੇ ਰੰਗ ਦੇ ਵਸਤਰ ਪਹਿਨੇ, ਕੋਈ ਨੀਲੇ ਰੰਗ ਦੇ ਪਹਿਨੇ। ਮਹਾਰਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਿਹਾ ਨਾ, ਕੋਈ ਓਢ ਹੈ ਨੀਲ ਕੋਈ ਸੁਪੇਦ, ਕੀ ਫਰਕ ਪੈਂਦਾ? ਪਰ ਗੱਲ ਤੇ ਇੱਥੇ ਮੁੱਕਣੀ ਆ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਹੁਣ ਸਾਹਿਬ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਜਿੰਨਾ ਚਿਰ ਮਨ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਦਾ ਗੁਣ, ਪਰਮੇਸ਼ਰ ਦੇ ਹੋਣ ਦਾ ਅਹਿਸਾਸ ਨਹੀਂ ਹੁੰਦਾ, ਤੁਹਾਡੇ ਅੰਤःਕਰਨ, ਤੁਹਾਡੇ ਚਿੰਤਨ ਵਿੱਚ ਨਹੀਂ ਆਉਂਦਾ, ਜਿੰਨਾ ਚਿਰ ਮੈਲੀਆਂ ਇੱਛਾਵਾਂ ਜਿਹੜੀਆਂ ਨੇ ਉਹ ਸਾਫ਼ ਸ਼ੁੱਧ ਨਹੀਂ ਹੁੰਦੀਆਂ, ਸਮਝੋ ਤੁਸੀਂ ਪਰਮੇਸ਼ਰ ਦੇ ਗੁਣ ਨਹੀਂ ਗਾਏ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ, ਫਿਰ ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਮਨ ਕਰ ਕਬੂ ਨਾ ਹਰ ਗੁਣ ਗਾਇਓ। ਤੇ ਉਹ ਕਿਹੋ ਜਿਹੇ ਹੁੰਦੇ ਨੇ? ਵਿਖਿਆ ਸਖਤ ਰਹਿਓ ਨਿਸਬਾਸੋ। ਵਿਖਿਆ ਦਾ ਮਤਲਬ ਹੈ ਮਾਇਆ, ਵਿਸ਼ੇ ਵਿਕਾਰ ਰੂਪੀ ਜ਼ਹਿਰ। ਸਖਤ ਮਤਲਬ ਮੁਬਤਲਾ, ਗ੍ਰਸਤ ਹੋਣਾ, ਜ਼ਹਿਰ ਵਿੱਚ ਰੁੱਝੇ ਰਹਿਣਾ। ਉਹਨਾਂ ਦੀ ਫਿਰ ਸੁਰਤ, ਉਹਨਾਂ ਦਾ ਅੰਤਰ ਆਤਮਾ ਜਿਹੜਾ ਹੈ ਮਾਇਕੀ ਪਦਾਰਥਾਂ ਦੇ ਲੋਭ, ਹਿਰਸ, ਲਾਲਚ, ਮੋਹ, ਵਿਸ਼ੇ ਵਿਕਾਰ, ਅਗਿਆਨਤਾ, ਅਵਗੁਣਾਂ ਦੇ ਵਿੱਚ ਉਹ ਅੰਦਰੋਂ ਰੁੱਝੇ ਰਹਿੰਦੇ ਨੇ। ਯਾਨੀ ਕਿ ਉਹਨਾਂ ਦਾ ਅੰਤਰ ਆਤਮਾ ਜ਼ਹਿਰ ਨਾਲ ਭਰਿਆ ਰਹਿੰਦਾ, ਇਉਂ ਕਹਿ ਲਓ। ਉਹਨਾਂ ਦੇ ਉੱਤੇ ਵਿਕਾਰ ਹਾਵੀ ਰਹਿਣਗੇ, ਪਦਾਰਥਾਂ ਦੇ ਸਾਈਡ ਇਫੈਕਟ ਹਾਵੀ ਰਹਿਣਗੇ, ਨੈਗੇਟਿਵਿਟੀ ਹਾਵੀ ਰਹੇਗੀ ਉਹਨਾਂ ਦੇ ਜੀਵਨ ਵਿੱਚ। ਉਹਨੂੰ ਮਹਾਰਾਜ ਆਖਦੇ ਨੇ ਵੀ ਉਹ ਫਿਰ ਸਮਝੋ ਵੀ ਅੰਦਰੋਂ ਜ਼ਹਿਰ ਵਿੱਚ ਹੀ ਹੁੰਦੇ ਨੇ, ਕਿਉਂਕਿ ਉਹਨਾਂ ਨੇ ਮਨ ਕਰਕੇ ਜਿਹੜੀ ਚੀਜ਼ ਧਾਰਨ ਕਰਨੀ ਸੀ ਉਹ ਨਹੀਂ ਕੀਤੀ। ਤੇ ਜਿੱਥੇ ਅੰਮ੍ਰਿਤ ਨਹੀਂ ਉੱਥੇ ਜ਼ਹਿਰ ਹੋਏਗਾ ਹੀ ਹੋਏਗਾ, ਜਿੱਥੇ ਚਾਨਣ ਨਹੀਂ ਉੱਥੇ ਹਨੇਰਾ ਹੋਣਾ ਹੀ ਹੋਣਾ। ਤੇ ਫਿਰ ਸਤਿਗੁਰੂ ਕਹਿੰਦੇ ਨੇ ਇਹ ਜ਼ਹਿਰ ਵਿੱਚ ਖਚਤ ਰਹਿਣ ਵਾਲੀ ਜਿਹੜੀ ਅਵਸਥਾ ਹੈ, ਇਹ ਦਿਨ ਰਾਤ ਹੀ ਬਣੀ ਰਹਿੰਦੀ ਹੈ ਉਹਨਾਂ ਦੀ, ਹਰ ਵੇਲੇ ਹੀ ਬਣੀ ਰਹਿੰਦੀ ਹੈ, ਹਰ ਵਕਤ। ਵਿਖਿਆ ਸਖਤ ਰਹਿਓ ਨਿਸਬਾਸੁਰ, ਕੀਨੋ ਆਪਣੋ ਪਾਇਓ। ਕਿਉਂਕਿ ਉਹ ਆਪਣੇ ਮਤੇ ਹੀ ਉਹਨਾਂ ਨੇ ਜੀਵਨ ਜੀਵਿਆ, ਉਹਨਾਂ ਗੁਰੂ ਦਾ ਉਪਦੇਸ਼ ਨਹੀਂ ਸੁਣਿਆ, ਜਾਂ ਗੁਰੂ ਦੇ ਉਪਦੇਸ਼ ਵਿੱਚ ਦਾਇਰੇ ਵਿੱਚ ਵੱਝ ਕੇ ਚੱਲਣ ਦੀ ਕੋਸ਼ਿਸ਼, ਗੁਰੂ ਦੀ ਅਗਵਾਈ ਨਹੀਂ ਕਬੂਲ ਕੀਤੀ, ਜਿਹਨੂੰ ਮਹਾਰਾਜ ਕਹਿੰਦੇ ਨਾਨਕ ਗੁਰੂ ਨਾ ਚੇਤਨੀ।
ਆਪਣੋ ਭਾਇਓ ਦਾ ਮਤਲਬ ਹੈ ਆਪਣੇ ਭਾਣੇ ਵਿੱਚ ਹੀ, ਆਪਣੀ ਮਰਜ਼ੀ ਨਾਲ, ਆਪਣੀ ਮਨਮਤ ਨਾਲ ਹੀ ਜੀਵਨ ਜੀਵਿਆ ਉਹਨਾਂ ਨੇ। ਆਪਣੇ ਬਣੇ ਹੋਏ ਔਗਣਾਂ ਦੇ ਸੰਸਕਾਰਾਂ ਮੁਤਾਬਕ ਹੀ ਉਸੇ ਦੀ ਸੇਧ ਵਿੱਚ ਹੀ ਚੱਲਦੇ ਰਹੇ। ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਆਪਣੇ ਅੰਤਰ-ਆਤਮੇ ਵਿੱਚ ਤੇ ਆਪਣੇ ਕਰਮ ਵਿੱਚ ਤਬਦੀਲੀ ਲਿਆਉਣ ਦਾ ਯਤਨ ਨਹੀਂ ਕੀਤਾ। ਉਹ 10 ਸਾਲ ਪਹਿਲਾਂ ਵੀ ਇਸ ਤਰ੍ਹਾਂ ਦਾ ਸੀ, 10 ਸਾਲ ਬਾਅਦ ਵੀ ਇਸ ਤਰ੍ਹਾਂ ਦਾ ਹੈ। ਤੇ ਜਿਸ ਤਰੀਕੇ ਨਾਲ ਅਸੀਂ ਚੱਲਦੇ ਹਾਂ, ਆਉਣ ਵਾਲੇ 10 ਸਾਲਾਂ 'ਚ ਵੀ ਐਵੇਂ ਦੇ ਹੀ ਰਵਾਂਗੇ। ਉਹ ਔਗਣਾਂ ਦਾ ਭਾਰ ਜਿਹੜਾ ਪਹਿਲੋਂ ਵੀ ਚੁੱਕ ਰਹੇ ਸਾਂ, ਅੱਜ ਵੀ ਢੋ ਰਹੇ ਹਾਂ, ਆਉਣ ਵਾਲੇ ਸਮੇਂ 'ਚ ਵੀ ਢੋਂਦੇ ਰਵਾਂਗੇ। ਫਿਰ ਅਸੀਂ ਕਹਿ ਦੇਣਾ ਹੁੰਦਾ ਹੈ, ਸਾਡਾ ਸੁਭਾਅ ਨਾ, ਫਿਰ ਅਸੀਂ ਕਹਿਣਾ ਹੁੰਦਾ, ਮੈਨੂੰ ਤਾਂ ਜੀ 40 ਸਾਲ ਹੋ ਗਏ ਨਿਤਨੇਮ ਕਰਦੇ ਹਾਂ, ਮੇਰੇ ਮਨ ਤੋਂ ਸ਼ਾਂਤੀ ਆਈ ਨਹੀਂ। ਮੈਨੂੰ ਤਾਂ ਜੀ 60 ਸਾਲ ਹੋ ਗਏ ਗੁਰਦੁਆਰੇ ਜਾਂਦਿਆਂ, ਮੈਨੂੰ ਤਾਂ ਕੋਈ ਫਰਕ ਪਿਆ ਨਹੀਂ। ਬਹੁਤੇ ਬੰਦੇ ਇਸ ਤਰ੍ਹਾਂ ਵੀ ਕਹਿੰਦੇ ਨੇ। ਹੁਣ ਸਵਾਲ ਇਹ ਹੈ ਵੀ ਪ੍ਰੈਕਟਿਸ ਇਕੱਲੀ ਸਰੀਰ ਦੀ ਕਰਨੀ ਸੀ ਜਾਂ ਮਨ ਦੀ ਵੀ ਕਰਨੀ ਸੀ? ਕੀ ਪ੍ਰੈਕਟਿਸ ਇਕੱਲੀ ਜਿਹੜੀ ਹੈ ਉਹ ਫਿਜ਼ੀਕਲੀ ਹੋਣੀ ਸੀ ਜਾਂ ਉਹਦੇ ਨਾਲ ਨਾਲ ਹੋਰ ਵੀ ਕੁਝ ਕਰਨ ਦੀ ਲੋੜ ਸੀ? ਉਹ ਜਿਹੜਾ ਦੂਜਾ ਪਾਠ, ਜਿਹੜਾ ਜ਼ਰੂਰੀ ਹਿੱਸਾ ਸੀ ਨਾ, ਛੁੱਟ ਗਿਆ ਕਿਤੇ। ਉਹਨੂੰ ਹੀ ਮਹਾਰਾਜ ਕਹਿੰਦੇ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਇਸੇ ਨੂੰ ਮਹਾਰਾਜ ਕਹਿੰਦੇ ਨੇ, ਕੀਨੋ ਆਪਣੋ ਭਾਇਓ। ਜੋ ਤੂੰ ਜੀਵਿਆ ਹੰਢਾਇਆ ਉਹ ਤਾਂ ਤੂੰ ਆਪਣੀ ਮਰਜ਼ੀ ਨਾਲ ਹੀ ਕੀਤਾ ਹੈ ਨਾ। ਉੱਥੇ ਤੇ ਤੂੰ ਗੁਰੂ ਦੀ ਮੰਨੀ ਨਹੀਂ, ਉੱਥੇ ਤੇ ਗੁਰੂ ਨੂੰ ਜੀਵਿਆ ਨਹੀਂ, ਉੱਥੇ ਗੁਰੂ ਨੂੰ ਮਾਣਿਆ ਨਹੀਂ। ਦੋ ਚੀਜ਼ਾਂ ਹੁੰਦੀਆਂ ਨੇ, ਘਰ ਵਿੱਚ ਮਾਂ ਬਾਪ ਹੋਣ, ਉਹਨਾਂ ਦੀ ਹਾਜ਼ਰੀ ਹੋਵੇ ਕਿ ਸਾਡੇ ਬਜ਼ੁਰਗ ਸਾਡੇ ਘਰ ਵਿੱਚ ਬੈਠੇ ਨੇ। ਜੇ ਤਾਂ ਬਜ਼ੁਰਗਾਂ ਨੂੰ ਕੇਵਲ ਇਹ ਸਮਝ ਰੱਖਿਆ ਵੀ ਚਲੋ ਘਰੋਂ ਬਾਹਰ ਜਾਈਦਾ ਤੇ ਘੱਟੋ ਘੱਟ ਲੋਕ ਨਹੀਂ ਲਾਉਣਾ ਪੈਂਦਾ ਵੀ ਘਰੇ ਬੈਠੇ ਨੇ, ਤੇ ਫਿਰ ਤੇ ਬਜ਼ੁਰਗ ਇੱਕ ਲੋਕ ਹੀ ਨੇ। ਫਿਰ ਤਾਂ ਉਹਨਾਂ ਦੀ ਅਹਿਮੀਅਤ ਇੱਕ ਲੋਕ ਦੀ ਹੋ ਗਈ ਨਾ, ਵੀ ਚਲੋ ਘੱਟੋ ਘੱਟ ਅਲਾਰਮ ਨਹੀਂ ਲਾਉਣਾ ਪਿਆ, ਉਹਦੇ ਅਲਾਰਮ 'ਤੇ ਪੈਸੇ ਨਹੀਂ ਖਰਚਣੇ ਪਏ। ਜੇ ਅਸੀਂ ਘਰ ਨਾ ਹੋਏ ਤੇ ਕੋਈ ਬਾਹਰੋਂ ਆਏ ਤੇ ਦਰਵਾਜ਼ਾ ਖੋਲ੍ਹਣ ਦੀ ਤੇ ਅਲਾਰਮ ਵੱਜੇਗਾ, ਪੁਲਿਸ ਤੱਕ ਗੱਲ ਚਲੀ ਜਾਏਗੀ। ਇੱਥੇ ਇਸ ਤਰ੍ਹਾਂ ਦਾ ਸਿਸਟਮ ਹੈ ਨਾ। ਜੇ ਇਹ ਵੀ ਇੱਕ ਬਜ਼ੁਰਗਾਂ ਦਾ ਹੋਣਾ ਹੁੰਦਾ ਹੈ। ਤੇ ਜਦੋਂ ਐਸੇ ਬਜ਼ੁਰਗ ਦੁਨੀਆ ਤੋਂ ਤੁਰ ਜਾਂਦੇ ਨਾ, ਕਹਿੰਦੇ ਬੜੇ ਔਖੇ ਹੋ ਗਏ। ਹੁਣ ਘਰ 'ਚ ਧਿਆਨ ਰਹਿੰਦਾ। ਹੁਣ ਕੰਮ ਤੇ ਹੋਈਏ ਨਾ, ਘਰ 'ਚ ਧਿਆਨ ਰਹਿੰਦਾ, ਚਲੋ ਘਰੇ ਬੈਠੇ ਸੀ, ਘਰ ਨੂੰ ਖਤਰਾ ਕੋਈ ਨਹੀਂ ਸੀ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਉਹਨਾਂ ਵਾਸਤੇ ਉਹਨਾਂ ਦੀ ਅਹਿਮੀਅਤ ਕੀ ਹੈ। ਉਹਨਾਂ ਰਿਸ਼ਤਾ ਥੋੜ੍ਹੀ ਮਾਣਿਆ। ਉਹਨਾਂ ਨੂੰ, ਉਹਨਾਂ ਵਾਸਤੇ ਮਾਂ ਬਾਪ ਦਾ ਹੋਣਾ ਕੋਈ ਰਿਸ਼ਤੇ ਦਾ ਨਿੱਘ ਥੋੜ੍ਹੀ ਹੈ। ਉਹ ਤਾਂ ਅਲਾਰਮ ਸੀ ਘਰੇ ਬੈਠਾ ਹੋਇਆ, ਉਹ ਤਾਂ ਲੋਕ ਸੀ ਘਰ ਨੂੰ ਲੱਗਾ ਹੋਇਆ। ਕੀ ਗੁਰੂ ਦਾ ਸਾਡੇ ਜੀਵਨ ਵਿੱਚ ਹੋਣਾ ਵੀ ਇੰਨਾ ਕੀ ਅਰਥ ਤਾਂ ਨਹੀਂ ਰੱਖਦਾ ਕਿਤੇ? ਚਲੋ ਲੋੜ ਪੈਂਦੀ ਹੈ ਤੇ ਅਰਦਾਸ ਕਰ ਲਈਦੀ ਹੈ, ਕੁਝ ਮੰਗ ਤੰਗ ਲਈਦਾ, ਜਾਂ ਗੁਰੂ ਨੂੰ ਮੰਨਣਾ ਵੀ ਹੁੰਦਾ ਹੈ ਜੀਵਨ 'ਚ। ਜਿਸ ਵਕਤ ਅਸੀਂ ਮਾਂ ਬਾਪ ਦੇ ਰਿਸ਼ਤੇ ਨੂੰ ਮਾਣਦੇ ਹਾਂ ਤਾਂ ਉਹਨਾਂ ਦੀ ਇੱਕ ਪਲ ਦੀ ਗੈਰ ਹਾਜ਼ਰੀ ਵੀ ਅਸੀਂ ਮਹਿਸੂਸ ਕਰਦੇ ਹਾਂ। ਉਹ ਕਿਤੇ ਰਿਸ਼ਤੇਦਾਰੀ ਚਲੇ ਜਾਣ ਤਾਂ ਵੀ ਮਨ ਵਿੱਚ ਖਿਆਲ ਰਹਿੰਦਾ ਹੈ ਕਿ ਘਰ ਸੁਣਿਆ, ਭਾਵੇਂ ਘਰ ਹੀ ਬੈਠੇ ਹੋਈਏ, ਖਤਰਾ ਵੀ ਕੋਈ ਨਾ ਹੋਵੇ। ਉਹਨਾਂ ਦੇ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਮਾਣਿਆ ਜਾਂਦਾ ਹੈ, ਉਹਨਾਂ ਦੇ ਰਿਸ਼ਤੇ ਦੇ ਨਿੱਘ ਨੂੰ ਹੰਢਾਇਆ ਜਾਂਦਾ ਹੈ ਮਾਨਸਿਕ ਆਤਮਿਕ ਤੌਰ ਉੱਤੇ। ਉਹਨਾਂ ਦੀ ਗੱਲ ਸੁਣੀ ਜਾਂਦੀ ਹੈ, ਉਹਨਾਂ ਦਾ ਅਦਬ ਕੀਤਾ ਜਾਂਦਾ ਹੈ, ਉਹਨਾਂ ਨੂੰ ਵੀ ਉਵੇਂ ਹੀ ਰਿਸਪੈਕਟ ਦਿੱਤੀ ਜਾਂਦੀ ਹੈ ਜਿਹੋ ਜੀ ਅਸੀਂ ਆਪਣੇ ਬੱਚਿਆਂ ਕੋਲੋਂ ਚਾਹੁੰਦੇ ਹੁੰਦੇ ਹਾਂ। ਤੇ ਗੁਰੂ ਨੂੰ ਵੀ ਐਵੇਂ ਮਾਣਿਆ ਜਾਂਦਾ ਹੈ, ਗੁਰੂ ਨੂੰ ਵੀ ਐਵੇਂ ਜੀਵਿਆ ਜਾਂਦਾ ਹੈ, ਗੁਰੂ ਨਾਲ ਵੀ ਐਵੇਂ ਸਾਂਝ ਜੀਵਨ ਵਿੱਚ ਪ੍ਰਪੱਕ ਕਰਕੇ ਰੱਖੀ ਜਾਂਦੀ। ਤੋ ਇਸ ਨੂੰ ਸਤਿਗੁਰੂ ਆਖਦੇ ਨੇ, ਗੁਰ ਉਪਦੇਸ਼ ਸੁਣਿਓ ਨਾ ਕਾਨਨ। ਗੁਰੂ ਦੀ ਮਹੱਤ ਨੂੰ ਮੈਂ ਆਪਣੇ ਕੰਨਾਂ ਨਾਲ ਸੁਣਿਆ ਨਹੀਂ, ਸੁਰਤ ਵਿੱਚ ਵਸਾਇਆ। ਸੁਣਨ ਦਾ ਅਰਥ ਹੈ ਕੰਨਾਂ ਰਾਹੀਂ, ਕੰਨ ਤਾਂ ਟੂਲ ਹੈ ਨਾ, ਆਵਾਜ਼ ਪਈ ਤੇ ਸੁਰਤ ਤੱਕ ਚਲੀ ਗਈ। ਪਰ ਦਾਰਾ ਲਪਟਾਇਓ, ਪਰਾਏ ਰੂਪ ਵਿੱਚ ਲਪਟਿਆ ਹੋਇਆ, ਕਾਮ ਗ੍ਰਸਤ ਜੀਵਨ ਜੀਂਦਾ, ਪਰਾਇਆ ਰੂਪ ਤੱਕਦਾ। ਸਤਿਗੁਰੂ ਲਫ਼ਜ਼ ਭਾਵੇਂ ਦਾਰਾ ਔਰਤ ਵਰਤਦੇ, ਪਰ ਇਹ ਪ੍ਰਥਾਏ ਸਾਖੀ ਹੈ ਸਭਨਾਂ ਲਈ ਇੱਕੋ ਜਿਹਾ। ਤੋ ਪਾਤਸ਼ਾਹ ਕਹਿੰਦੇ ਨੇ, ਪਰ ਨਿੰਦਾ ਕਾਰਨ ਬਹੁ ਧਾਵਤ। ਦੂਸਰੇ ਦੀ ਨਿੰਦਾ ਕਰਨ ਵਾਸਤੇ ਮੈਂ ਭਟਕਦਾ ਰਹਿਣਾ। ਨਿੰਦਾ ਦਾ ਮਤਲਬ ਕੀ ਹੈ? ਜੋ ਸਹੀ ਹੈ ਉਸ ਨੂੰ ਗਲਤ
ਕਹਿਣਾ ਇਹ ਨਿੰਦਾ ਹੈ। ਗਲਤ ਨੂੰ ਗਲਤ ਕਹਿਣਾ ਨਿੰਦਾ ਨਹੀਂ। ਹੁਣ ਕੋਈ ਚੋਰੀ ਕਰੇ ਤਾਂ ਉਹਨੂੰ ਚੋਰ ਹੀ ਕਵਾਂਗੇ ਨਾ, ਉਹਨੂੰ ਸਾਧ ਤੇ ਨਹੀਂ ਕਵਾਂਗੇ। ਪਰ ਹਾਂ, ਕੋਈ ਗਲਤ ਕਰ ਰਿਹਾ ਉਹਨੂੰ ਗਲਤ ਕਿਹਾ ਹੈ ਤਾਂ ਇਹਦਾ ਮਤਲਬ ਹੈ ਵੀ ਅਸੀਂ ਸੁਧਾਰ ਚਾਹੁੰਦੇ ਵੀ ਕੱਲ੍ਹ ਤੋਂ ਇਹ ਇਸ ਤਰ੍ਹਾਂ ਨਾ ਕਰੇ ਅੱਗੇ ਤੋਂ। ਪਰ ਜੇ ਕੋਈ ਸਹੀ ਹੈ ਤੇ ਉਹਨੂੰ ਜਾਣ-ਬੁੱਝ ਕੇ ਕੋਈ ਗਲਤ ਕਹਿ ਰਿਹਾ ਤੇ ਉਹਦੇ ਪਿੱਛੇ ਕਾਰਨ ਹੁੰਦੇ ਨੇ। ਈਰਖਾ ਹੈ, ਮੁਕਾਬਲਾ ਹੈ, ਨਫ਼ਰਤ ਹੈ, ਉਹ ਬੰਦਾ ਚੰਗਾ ਨਹੀਂ, ਪਰਸਨੈਲਿਟੀ ਕਲੈਸ਼ ਹੈ, ਸਾਡਾ ਸਵਾਰਥ ਹੈ। ਇਸ ਕਰਕੇ ਇਹਨਾਂ ਕਾਰਨਾਂ ਕਰਕੇ ਅਸੀਂ ਕਿਸੇ ਸਹੀ ਬੰਦੇ ਨੂੰ ਵੀ ਗਲਤ ਕਹਿੰਦੇ ਹਾਂ। ਤੇ ਜਦੋਂ ਸਾਡੇ ਅੰਦਰ ਕਿਸੇ ਲਈ ਈਰਖਾ ਹੋਵੇ ਨਾ, ਨਫ਼ਰਤ ਹੋਵੇ, ਦਵੈਕ ਹੋਵੇ, ਭੇਦਭਾਵ ਹੋਵੇ, ਪਰਸਨੈਲਿਟੀ ਕਲੈਸ਼ ਹੋਵੇ, ਉਹ ਬੰਦਾ ਸਾਨੂੰ ਚੰਗਾ ਨਾ ਲੱਗਦਾ ਹੋਵੇ, ਫਿਰ ਅਸੀਂ ਲੱਭਦੇ ਰਹਿੰਦੇ ਹਾਂ ਵੀ ਇਹ ਕੁਝ ਕਰੇ। ਫਿਰ ਅਸੀਂ ਸੋਚਦੇ ਰਹਿੰਦੇ ਹਾਂ ਵੀ ਇਹਦੀ ਇਸ ਗੱਲ ਹੁਣ ਕਿਵੇਂ ਬਣਾ ਕੇ ਪੇਸ਼ ਕਰਨਾ ਹੈ। ਫਿਰ ਇਸੇ ਕੰਮ ਵਿੱਚ ਹੀ ਅਸੀਂ ਲੱਗੇ ਰਹਿੰਦੇ 24 ਘੰਟੇ। ਉਹਨੂੰ ਮਹਾਰਾਜ ਨੇ ਕਿਹਾ ਪਰ ਨਿੰਦਾ ਕਾਰਨ ਬਹੁਤ ਆ, ਬੜਾ ਭਟਕਦਾ ਹੈ, ਬੜੀ ਮਿਹਨਤ ਕਰਦਾ ਇਸ ਕੰਮ ਤੇ। ਪਰ ਹਜ਼ੂਰ ਕਹਿੰਦੇ ਨੇ ਸਮਝਿਓ ਨਹਿ ਸਮਝਾਇਓ। ਸਮਝਾਉਣ ਦੇ ਬਾਵਜੂਦ ਵੀ ਤੂੰ ਸਮਝਦਾ ਨਹੀਂ, ਇਹ ਵਿਖਿਆ ਸਕਦਾ ਹੈ। ਇਹ ਸਮਝ ਲਈਏ ਪਰਾਇਆ ਰੂਪ ਤੱਕਣਾ, ਭਾਵ ਆਪਣੇ ਅੰਦਰ ਕਾਮਗ੍ਰਸਤ ਹੋ ਕੇ ਮੰਦਾ ਆਚਰਣ ਅਪਣਾਉਣਾ, ਨਿੰਦਾ ਕਾਰਨ ਭਟਕਣਾ, ਸੁਰਤ ਨੂੰ ਇਸ ਪਾਸੇ ਲਾ ਦੇਣਾ। ਇਹਨੂੰ ਸਤਿਗੁਰੂ ਕਹਿੰਦੇ ਨੇ ਵਿਖਿਆ ਸਖਤ ਰਹਿਓ ਨਿਸਬਾਸੁਰ। ਕਹਾ ਕਹੂੰ ਮੈਂ ਆਪਣੀ ਕਰਨੀ। ਸਤਿਗੁਰੂ ਜੀ ਫਰਮਾਉਂਦੇ ਨੇ ਐਸਾ ਜੀਵਨ ਜੀਣ ਵਾਲਿਆ ਕਦੇ ਸੋਚ ਕੇ ਵੇਖ, ਤੇਰੇ ਅੰਦਰੋਂ ਇਹ ਆਵਾਜ਼ ਆਏਗੀ ਮੈਂ ਆਪਣੀ ਕਰਨੀ ਕਿਸੇ ਨੂੰ ਕਿਵੇਂ ਦੱਸਾਂ ਵੀ ਮੈਂ ਕਿਹੋ ਜਿਹਾ, ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ ਮੈਂ, ਕਿਸ ਤਰ੍ਹਾਂ ਦਾ ਮੇਰਾ ਅੰਤਰਾਤਮਾ। ਅਸੀਂ ਜੋ ਸੰਸਾਰ ਨੂੰ ਆਪਣੇ ਬਾਰੇ ਦੱਸਦੇ ਹਾਂ ਨਾ, ਉਹ 10% ਵੀ ਨਹੀਂ ਹੁੰਦਾ ਜੀਵਨ ਦਾ। ਉਹ ਹੁੰਦਾ ਹੈ ਜੋ ਅਸੀਂ ਵਿਖਾਉਣਾ ਚਾਹੁੰਦੇ ਹੁੰਦੇ ਹਾਂ। ਜੋ ਅਸੀਂ ਹੁੰਦੇ ਹਾਂ ਉਹ ਕੌਣ ਵਿਖਾਉਣਾ ਚਾਹੁੰਦਾ? ਤੋ ਸਤਿਗੁਰੂ ਆਖਦੇ ਨੇ ਕਹੋ ਕਹਾਂ ਮੈਂ ਆਪਣੀ ਕਰਨੀ, ਜਿਹ ਬਿਦ ਜਨਮ ਗਵਾਇਓ। ਜਿਸ ਵਿਧੀ, ਜਿਸ ਢੰਗ ਤਰੀਕੇ ਨਾਲ ਜੀਵਨ, ਜਿਹੋ ਜੀ ਜੀਵਨ ਜਾਚ ਧਾਰਨ ਕਰਕੇ ਮੈਂ ਆਪਣਾ ਜੀਵਨ ਵਿਅਰਥ ਕਰ ਲਿਆ, ਉਹ ਹੁਣ ਮੈਂ ਕੀ ਗੱਲਾਂ ਖੋਲ ਕੇ ਦੱਸਾਂ, ਕਿਵੇਂ ਉਹਨੂੰ ਐਕਸਪਲੇਨ, ਕਿਵੇਂ ਬਿਆਨ ਕਰਾਂ, ਉਹ ਕਿਸ ਤਰ੍ਹਾਂ ਦੱਸਾਂ। ਪਾਤਸ਼ਾਹ ਕਹਿੰਦੇ ਕਹਿ ਨਾਨਕ ਸਭ ਔਗਨ ਮੋਹ ਮਹਿ, ਰਾਖ ਲਿਹੋ ਸ਼ਰਨਾਇਓ। ਤੋ ਹੇ ਮਨੁੱਖ, ਇਹੀ ਅਰਦਾਸ ਸਮਰਪਣ ਭਾਵ ਨਾਲ ਇਹੀ ਜੋਦੜੀ ਕਰਨੀ ਚਾਹੀਦੀ ਹੈ। ਆਪਣੇ ਮਾਲਕ ਅੱਗੇ ਸਮਰਪਣ ਹੋਣਾ ਚਾਹੀਦਾ ਹੈ, ਜਿੱਥੋਂ ਬਦਲਾਅ ਆਉਣਾ ਹੈ। ਚਿੱਤ 'ਚ ਰੱਖੋ, ਜਿੱਥੋਂ ਹੁਣ ਬੰਦਾ ਇੱਕ ਬਿਮਾਰ ਹੋਵੇ ਤੇ ਦੂਜਾ ਆਪਣੀ ਬਿਮਾਰੀ ਦੱਸਣ ਲੱਗ ਪਿਆ, ਉਹਦੇ 'ਚ ਕੋਈ ਤਬਦੀਲੀ ਲਿਆ ਸਕਦਾ? ਇੱਕ ਉਦਾਹਰਣ ਦੇ ਰਿਹਾ, ਇੱਕ ਬੰਦਾ ਪਹਿਲਾਂ ਹੀ ਪੇਸ਼ੈਂਟ, ਮੰਨ ਲਓ ਆਪਾਂ ਡਾਕਟਰ ਕੋਲ ਜਾਂਦੇ ਹਾਂ ਚੈੱਕਅਪ ਲਈ, ਉੱਥੇ ਪਹਿਲਾਂ ਹੀ ਬਿਮਾਰ ਬੈਠੇ ਹੋਏ ਨੇ, ਆਪਾਂ ਜਾ ਕੇ ਆਪਣਾ ਦੱਸਣ ਲੱਗ ਪਈਏ, ਉਹ ਸਾਡਾ ਕੀ ਦੱਸਣਾ ਤੇ ਡਾਕਟਰ ਨੂੰ ਹੈ ਜਿਹੜਾ ਕੁਝ ਕਰ ਸਕਦਾ। ਤੋ ਸਤਿਗੁਰੂ ਪਾਤਸ਼ਾਹ ਜੀ ਇਸੇ ਕਰਕੇ ਆਖਦੇ ਨੇ ਵੀ ਅਸਲ ਵੈਦ ਜਿਹੜਾ ਉਹ ਤਾਂ ਗੁਰੂ ਹੈ, ਅਕਾਲ ਪੁਰਖ ਹੈ। ਆਪਣੇ ਆਪ ਨੂੰ ਸਮਰਪਿਤ ਉੱਥੇ ਕਰ ਜਿੱਥੋਂ ਬਦਲਾਅ ਆ ਸਕਦਾ ਹੈ, ਜਿੱਥੋਂ ਤਬਦੀਲੀ ਆ ਸਕਦੀ, ਜਿੱਥੋਂ ਸੁਧਾਰ ਆ ਸਕਦਾ ਹੈ। ਤੋ ਸਤਿਗੁਰੂ ਆਖਦੇ ਨੇ ਕਹਿ ਨਾਨਕ ਸਭ ਔਗਨ ਮੋਹ ਮਹਿ। ਇਹ ਅਰਦਾਸ, ਤੇਰੀ ਅਰਦਾਸ ਕੀ ਹੋਵੇ? ਆਪਣਾ ਵਜੂਦ ਸਮਰਪਿਤ ਕਰਨਾ ਤੇ ਮੰਨਣਾ ਕਿ ਮੇਰੇ 'ਚ ਬਹੁਤ ਔਗਣ। ਰਾਖ ਲਿਓ ਸ਼ਰਨਾਇਓ, ਹੇ ਮੇਰੇ ਪਰਮੇਸ਼ਰ ਜੀ, ਮੈਨੂੰ ਆਪਣੀ ਪਨਾਹ ਵਿੱਚ ਲੈ ਲਓ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ, ਤਾਂ ਕਿ ਮੇਰੇ ਗੁਨਾਹ ਖਤਮ ਹੋਣ, ਮੇਰਾ ਅੰਤਰਾਤਮਾ ਸ਼ੁੱਧ ਪਵਿੱਤਰ ਹੋਏ ਤੇ ਮੈਂ ਨੇਕ ਖਿਆਲਾਂ ਵਾਲਾ ਬਣ ਕੇ ਮਨ ਕਰਕੇ ਤੁਹਾਡੀ ਹੋਂਦ ਦਾ ਅਹਿਸਾਸ ਕਰ ਸਕਾਂ। ਗਰੀਬ ਨਵਾਜ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।